आके खुद ही जड़ सिटी अच्छा। पुत्र एवे नहीं ये भलवानी काम है ये इंज करके वजाना है। अच्छा तो नुसरत पुटो आई सी ए हरूनाबाद अच्छा मैं इत्थे फिर तराना पढ़िया। वेलकम टू अंजला कापसप चैनल ते अज अपने नाल हरूनाबाद दे गुलूकार बड़ी मशहूर शख्सियत मौजूद है जेड़े कि किसी भी तारुफ दे मुताज नहीं। मलक मुहम्मद सरवर गुलशन साहब जेड़े कि किसी भी तारुफ दे मुताज नहीं। अज आप इन्हां नाल गपशप लावांगे ते इन्हां दी जिंदगी दे बारे पुछांगे ते इन्हां ने किवें इस फील्ड च आए। अस्सलाम वालेकुम। वालेकुम सलाम की हाल है जनाब ठीक हो? ओ ठीक सर तुसी सुनाओ तुसी से ठीक हो? अल्हम्दुलिल्लाह ठीक हो शुक्र जी अल्हम्दुलिल्लाह जी। सर तुसी ये किवें इस फील्ड च आए मतलब तुसी किवें ਤੁਹਾਡਾ ਬਚਪਨ ਦਾ ਸ਼ੌਕ ਆ ਜਾਂ ਤੁਸੀਂ ਕਿਸੇ ਨੂੰ ਵੇਖ ਤੇ ਸੋਚਿਆ ਵੀ ਮੈਂ ਗੁਲੂਕਾਰ ਬਣਾ? ਇਹ ਸਰ ਗੱਲ ਇਹ ਵੇ ਕਿ ਜਦੋਂ ਮੇਰੀ ਉਮਰ ਸੀ ਨਾ 5 ਸਾਲ ਅੱਛਾ ਤੇ ਉਦੋਂ ਸਾਡੇ ਨਜ਼ਦੀਕ ਇੱਕ ਮੇਲਾ ਲੱਗਦਾ ਹੈ 190 ਸੈਮੀਨਾਰ ਚ ਅੱਛਾ ਸਰਕਾਰ ਥੱਥੇ ਸ਼ਾਹ ਦਾ। ਉੱਥੇ ਹਾਜੀ ਆਲਮ ਲੋਹਾਰ ਸਾਹਿਬ ਤੇ ਮੇਰੇ ਉਸਤਾਦ ਦੇ ਮੁਹਤਰਮ ਮਾਸਟਰ ਮੁਹੰਮਦ ਬਸ਼ੀਰ ਲੋਹਾਰ ਸਾਹਿਬ ਦਾ ਥੀਏਟਰ ਆਇਆ ਸੀ ਅੱਛਾ ਤੇ ਮੇਰੇ ਵਾਲਦ ਸਾਹਿਬ ਕਿਸਾਨ ਜ਼ਿਮੀਂਦਾਰ ਬੰਦੇ ਸਨ ਅੱਛਾ ਤੇ ਮੈਂ ਬੜਾ ਲਾਡਲਾ ਜਿਹਾ ਸੀ ਉਹਨਾਂ ਦਾ ਬੇਟਾ। ਜੀ ਉਹਨਾਂ ਨੇ ਆਪਣਾ ਡੰਗਰਾਂ ਨੂੰ ਪੱਠੇ ਛੱਠੇ ਪਾ ਲਏ ਤੇ ਟਾਈਮ ਹੈ ਮੈਨੂੰ ਕਹਿੰਦੇ ਬੇਟਾ ਅੱਜ ਤੈਨੂੰ ਮੇਲਾ ਵਿਖਾਣ ਲੈ ਜਾਣਾ ਹੈ। ਅੱਛਾ ਉਹਨਾਂ ਮੈਨੂੰ ਕੰਧਿਆਂ ਤੇ ਬਿਠਾਇਆ ਤੇ ਲੈ ਕੇ ਮੇਲਾ ਵਿਖਾਣ। ਮੁਕਤਸਰ ਦੀ ਗੱਲ ਹੈ ਕਿ ਅੱਗੋਂ ਜਦੋਂ ਮੇਲੇ 'ਚ ਗਏ ਤੇ ਹਾਜੀ ਆਲਮ ਸਾਹਿਬ ਦਾ ਔਰ ਮੇਰੇ ਉਸਤਾਦ ਦੇ ਮੁਹਤਰਮ ਮਾਸਟਰ ਮੁਹੰਮਦ ਬਸ਼ੀਰ ਲੋਹਾਰ ਸਾਹਿਬ ਦਾ ਥੀਏਟਰ ਲੱਗਾ ਸੀ। ਜੀ ਬਾਹਰੋਂ ਅਸੀਂ ਵੇਖਦੇ ਰਹੇ ਅੜੀਆਂ ਫੱਟਿਆਂ ਤੇ ਜੀ ਤੇ ਜਦੋਂ ਟਿਕਟ ਲਿਆ ਬਸ਼ੀਰ ਲੋਹਾਰ ਸਾਹਿਬ ਦਾ 2 ਰੁਪਏ ਟਿਕਟ, ਹਾਜੀ ਅੱਛਾ ਜੀ। ਆਲਮ ਸਾਹਿਬ ਦਾ 3 ਰੁਪਏ ਸੀ ਔਰ ਮੇਰੇ ਉਸਤਾਦ ਉਹਨਾਂ ਦਾ 2 ਰੁਪਏ ਟਿਕਟ ਸੀ। ਉਹ ਸਾਰੀ ਰਾਤ ਗੁੱਥੀਆਂ ਬਣਾ ਲੀਆਂ, ਥੀਏਟਰ ਵੇਖਦੇ ਰਹੇ, ਡਰਾਮਾ ਚੱਲਿਆ ਤੇ ਉਸ ਵਕਤ ਮੇਰੇ ਉਸਤਾਦ ਦੇ ਮੁਹਤਰਮ ਦੀ ਨਾਤ ਆਈ ਸੀ ਜਾਗ ਫਕੀਰਾ ਜਾਗ ਵੇਲਾ ਸਰਗੀ ਦਾ ਖੁੱਲਾ ਹੋਇਆ ਦਰਬਾਰ ਮੁਹੰਮਦ ਅਰਬੀ ਦਾ। ਉਹ ਮੈਨੂੰ ਬੜੇ ਅੱਛੇ ਲੱਗੇ। ਮੈਂ ਐਵੇਂ ਦਿਲ 'ਚ ਹੀ ਮਹਿਸੂਸ ਕੀਤਾ ਵੀ ਜਿਸ ਤਰ੍ਹਾਂ ਇਹ ਬੰਦਾ ਬੜੇ ਚਮਕੀਲੇ ਜਿਹੇ ਕੱਪੜੇ ਪਾ ਕੇ ਲਾਚਾ ਕੁੜਤਾ ਪੜ ਰਿਹਾ ਜੀ ਤੇ ਕਦੀ ਤੂੰ ਵੀ ਸਰਵਰ ਇਸ ਤਰ੍ਹਾਂ ਹੋ ਸਕਣਾ। ਜੀ ਇੱਕ ਮੇਰੇ ਦਿਲ ਦੀ ਬਚਪਨ ਦੀ ਫਿਰ ਖੁਆਇਸ਼ ਹੋ ਗਈ ਬਚਪਨ ਦੀ ਖੁਆਇਸ਼ ਹੋਈ। ਜੀ ਸ਼ੋਅ ਖਤਮ ਹੋਇਆ। ਜੀ ਅੱਬਾ ਜੀ ਪਹਿਲਾਂ ਕੰਧਿਆਂ ਤੇ ਬਿਠਾ ਕੇ ਲਿਆਏ ਸੀ, ਮੈਂ ਦੌੜਨਾ ਸ਼ੁਰੂ ਕਰਤਾ। ਵਾਲਦ ਸਾਹਿਬ ਆਂਦੇ ਪੁੱਤਰ ਕੋ ਮਠਿਆਈ ਸ਼ਟਿਆਈ ਖਾ ਲਾ। ਜੀ ਮੈਂ ਕਿਹਾ ਜੀ ਮੈਂ ਕੁਝ ਨਹੀਂ ਖਾਣਾ। ਤੇ ਫਿਰ ਜਾ 2 ਲਫ਼ਜ਼ ਜਿਹੜੇ ਸੀ ਨਾ ਜੀ ਉਹ ਮੈਂ ਗੁਣਗੁਣਾਉਂਦਾ ਗਿਆ। ਸਵੇਰ ਇੱਕ ਤੇ ਨੀਂਦਰਾ ਸੀ, ਸਕੂਲ ਵੀ ਜਾਣਾ ਸੀ, ਪਹਿਲੀ ਜਮਾਤ 'ਚ ਮੈਂ ਪੜ੍ਹਦਾ ਸੀ। ਅੱਛਾ ਜੀ ਅੱਬਾ ਜੀ ਮੈਨੂੰ ਸਾਈਕਲ ਤੇ ਛੱਡ ਕੇ ਆਏ ਸਕੂਲ। ਜੀ ਸਾਡੇ 170 ਸੈਮੀਨਾਰ ਦੇ ਨਜ਼ਦੀਕ ਸੈਮੀਨਾਰ ਦਾ ਪੁਲ, ਜੀ ਉਹਦੇ ਨਜ਼ਦੀਕ ਇੱਕ ਸਕੂਲ ਮਿਡਲ ਸਕੂਲ ਖਿੱਚੀ ਵਾਲਾ ਬੰਗਲਾ ਉਹਦਾ ਨਾਂ ਸੀ। ਜੀ ਤਾਲੀਮ ਤੁਹਾਡੀ ਕਿੰਨੀ ਹੈ ਤੇ ਕਿੱਥੋਂ ਤੁਸੀਂ ਹਾਸਲ ਕੀਤੀ ਹੋ? ਮੇਰੀ ਬੇਟਾ ਮੈਂ ਦੱਸ ਰਿਹਾ ਮੇਰੀ ਜੀ। ਤਾਲੀਮ ਹੈ ਮੈਟ੍ਰਿਕ ਜੀ ਮਿਡਲ ਪਾਸ ਕੀਤਾ ਮੈਂ ਉਸ ਸਕੂਲ ਅੱਛਾ ਆਪਣੇ ਜੀ। گاؤں ਵਾਲੇ ਜੀ ਔਰ ਮੈਟ੍ਰਿਕ ਕੀਤਾ ਮੈਂ 123 ਸਿੱਖ ਸਾਲ ਫਕੀਰ ਵਾਲੀ। ਅੱਛਾ ਉਹ ਜਦੋਂ ਫਿਰ ਅਸੀਂ ਆਏ ਤੇ ਜੀ ਮੈਂ ਅਲਫਬੇ ਦੀ ਬਜਾਏ ਨਾ ਉਹ ਨਾਦ ਪੜਨ ਲੱਗ ਪਿਆ ਜਾਗ ਫਕੀਰਾ ਜਾਗ ਵੇਲਾ ਸਰਗੀ ਦਾ। ਅੱਛਾ। ਜ਼ਬਾਨ ਮੇਰੀ ਥਥਲਾਉਂਦੀ ਸੀ। ਅੱਛਾ ਜਾਗ ਫਤੀਰਾ ਜਾਗ ਵੇਲਾ ਸਰਦੀ ਦੇ ਉਸਤਾਦਾਂ ਉਹਨਾਂ ਨਾਲੇ ਝਿੜਕਿਆ ਤੇ ਨਾਲ ਮੈਨੂੰ ਆਂਦੇ ਨੇ ਉਹ ਲੂਆ ਜਾ ਰਾਤੀ ਮੇਲਾ ਵੇਖਿਆ। ਮੈਂ ਕਿਹਾ ਹਾਂਜੀ। ਕਹਿੰਦੇ ਆ ਇੱਥੇ ਆ ਕੇ ਪੜ ਫਿਰ। ਅੱਛਾ ਉਹ ਮੈਂ ਇੱਕ ਵਾਰ ਦੇ ਝਿਜਕਿਆ। ਜੀ ਫਿਰ ਮੇਰੇ ਦਿਲ 'ਚ ਆਇਆ ਵੀ ਰਾਤੀ ਜਿਹੜਾ ਬੰਦਾ ਸੀ ਉਹ ਤੇ ਬੜੇ ਬੰਦੇ ਆਵਾਮ ਦੇ ਸਾਹਮਣੇ ਪੜ ਰਿਹਾ ਸੀ। ਜੀ ਉਹ ਮੈਂ 2 ਬੋਲ ਜਿਹੜੇ ਸੀ ਉਹ ਸ਼ੁਰੂ ਕਰਤੇ ਸੁਣਾਣੇ। ਜੀ। ਉਸਤਾਦ ਉਹਨਾਂ ਆਪਣੀ ਚੇਅਰ ਕੁਰਸੀ ਕੋਲ ਬੁਲਾ ਲਿਆ। ਜੀ ਉਹ ਚਿਮਟੇ ਦੀ ਬਜਾਏ ਉਹਨੇ ਆਪਣਾ ਰੂਲ ਜਿਹੜਾ ਹੁੰਦਾ ਉਹ ਜੀ। ਸੋਟੀ ਜੀ ਲੜਕਿਆਂ ਨੂੰ ਜੀ ਉਸ ਡਰਾਉਂਦੇ ਡਰਾਉਂਦੇ ਨੇ ਜੀ ਤਾਲਬ ਇਲਮਾਂ ਨੂੰ ਉਹ ਮੈਨੂੰ ਫੜਾਤੀ। ਉਹ ਚਿਮਟੇ ਤੇ ਐਕਸ਼ਨ ਕਰਨ ਲੱਗ ਪਿਆ। ਸਾਰਾ ਸਕੂਲ ਇਕੱਠਾ ਹੁੰਦਾ। ਬਲ ਮੁਕਤਸਰ ਕਿੱਸਾ ਜੀ। ਕਿਸ ਤਰ੍ਹਾਂ ਕੰਮ ਚੱਲਦਾ ਰਿਹਾ। ਟੂਰਨਾਮੈਂਟ ਸਾਡੇ ਸਕੂਲ ਦੇ ਹੁੰਦੇ ਰਹੇ। ਕਬੱਡੀ ਵਾਲੀਬਾਲ ਦਾ ਮੈਚ ਹੋਣਾ। ਉੱਥੇ ਉਹਨਾਂ ਨੇ ਕਹਿਣਾ ਜੀ। ਖਿੱਚੀ ਵਾਲੇ ਬੰਗਲੇ ਵਾਲਾ ਜਿਹੜਾ ਆਲਮ ਜੀ। ਲੋਹਾਰ ਉਹਨੂੰ ਸੱਦੋ। ਜੀ ਤੇ ਮੈਂ ਹਾਜੀ ਸਾਹਿਬ ਦੇ ਆਲਮ ਸਾਹਿਬ ਦੇ ਕਲਾਮ ਪੜ੍ਹਨੇ, ਬਸ਼ੀਰ ਸਾਹਿਬ ਦੇ ਕਲਾਮ ਪੜ੍ਹਨੇ, ਜੀ। ਆਵਾਜ਼ਾਂ ਮਾਰੀਆਂ, ਦਿਲ ਵਾਲਾ ਦੁਖੜਾ ਬੋਲ ਜੀ। ਮਿੱਟੀ ਦਾ ਪਾਵਿਆ ਨੀਰ ਕਰਾਈਆਂ। ਜੀ ਮੈਂ ਇੱਥੋਂ ਸ਼ੌਕ ਸੀ ਜੀ। ਜੀ। ਰਿਸ਼ਤੇਦਾਰ ਅਜ਼ੀਜ਼ ਬੜਾ ਕਹਿੰਦੇ ਰਹੇ। ਕੋਈ ਤੇ ਜੀ। ਕਹਿਣ ਵਾਲਦ ਸਾਹਿਬ ਨੂੰ ਯਾਰ ਦੋਸਤ ਵੀ ਮਲਕ ਸਾਹਿਬ ਜੀ ਇੱਕ ਦਿਨ ਤੇਰਾ ਬੱਚਾ ਬੜਾ ਨਾਮ ਕਰੇਗਾ। ਜੀ ਤੇ ਕਈਆਂ ਆਖਿਆ ਵੀ ਇਹ ਕਿਹੜਾ ਕੰਮ ਤੁਸੀਂ ਸ਼ੁਰੂ ਕਰ ਦਿੱਤਾ ਹੈ, ਤੁਹਾਡੇ ਜੀ। ਜ਼ਿਮੀਂਦਾਰ ਬੰਦੇ ਹੋ ਤੇ ਤੁਹਾਡੇ ਮੂੰਹ ਤੇ ਨਹੀਂ ਜੀ ਪੈਂਦਾ। ਜੀ ਮੇਰੇ ਵਾਲਦ ਸਾਹਿਬ ਆਪ ਬੜੇ ਜ਼ੌਕ ਸ਼ੌਕ ਵਾਲੇ ਸੀ। ਉਹ ਅੱਛਾ। ਆਪਣਾ ਸ਼ੌਕ ਰੱਖਦੇ ਸੀ। ਜੀ। ਵੈਸੇ ਵੀ ਉਹ ਹਜ਼ਰਤ ਯੂਸੁਫ अलैहिस्सलाम ਦੀ ਕਿਤਾਬ, ਹਜ਼ਰਤ ਉਮਰ, ਹਜ਼ਰਤ ਉਸਮਾਨ, ਜੀ ਮੀਆਂ ਮੁਹੰਮਦ ਬਖਸ਼ ਦਾ ਕਲਾਮ ਇਹ ਜੀ। ਕਿਤਾਬਾਂ ਪੜ੍ਹਦੇ ਸੀ। ਜੀ ਵਾਲਦ ਸਾਹਿਬ ਨੇ ਕਿਹਾ ਨਹੀਂ ਮੇਰੇ ਬੇਟੇ ਨੂੰ ਸ਼ੌਕ ਹੈ। ਜੀ ਸਾਹਿਬ ਤੋਂ ਘਣਾ ਮੜ ਸਾਥ ਤੁਹਾਡੇ ਮੜ ਵਾਲੇ ਸਾਹਿਬ ਨੇ ਦੰਦ ਦਿੱਤਾ? ਜੀ ਮੇਰੇ ਵਾਲਦ ਸਾਹਿਬ ਨੇ ਜੀ। ਸਾਥ ਦਿੱਤਾ। ਇੱਕ ਦਫਾ ਸਨ 88 ਦਾ ਇਲੈਕਸ਼ਨ ਹੋਇਆ ਅੱਛਾ ਤੇ ਉਸ ਵਕਤ ਸਾਡੇ ਪਿੰਡ 'ਚ ਤਕਰੀਬਨ ਮੋਟਰਸਾਈਕਲ ਤੇ ਸਾਈਕਲ ਕਿਸੇ ਕਿਸੇ ਬੰਦੇ ਕੋਲ ਸੀ। ਅੱਛਾ
ਤੇ ਅੱਲਾ ਜਨਤਾਂ ਚ ਘਰ ਕਰਕੇ ਅਲੀ ਅਕਬਰ ਵੈਸ਼ ਸਾਹਿਬ ਮੀਆਂ ਆਪਣਾ ਮਜ਼ੂਰ ਮੋਲ ਸਾਹਿਬ ਅੱਛਾ ਮਲਕ ਕਾਸਮ ਸਾਹਿਬ ਔਰ ਰਊਫ ਖਾਲਦ ਸਾਹਿਬ ਇਹ ਜਿੰਨੇ ਵੀ MP MNA ਸੀ ਮੈਨੂੰ ਲੈਣ ਆਏ ਘਰ ਜੀ ਤੇ ਮੈਂ ਆਪਣੀ ਵਾਲਦਾ ਸਾਹਿਬਾ ਨੂੰ ਆਖਿਆ ਅੰਮੀ ਜਾਨ ਜੀ ਇਹ ਵੇਖ ਲਓ ਮੈਨੂੰ ਲੈਣ ਆਏ ਨੇ ਇਹ ਕਮਾਲ ਸਿਰਫ ਮੇਰੇ ਗਲੇ ਦਾ ਹੀ ਹੈ ਮੇਰੇ ਵਰਗੀ ਹੋਰ ਦੁਨੀਆ ਬਥੇਰੀ ਹੈ ਜੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਵੀ ਮਲਕ ਬਸ਼ੀਰ ਦੇ ਮੁੰਡੇ ਨੂੰ ਲੈਣ ਵਾਲੇ MP MNA ਜੀ ਅੱਛਾ ਇਸ ਤਰ੍ਹਾਂ ਜੀ ਫਿਰ ਜੀ ਸ਼ੌਕ ਸੀ ਨਾਲ ਜੀ 1999 ਚ ਮੈਂ ਮੈਟ੍ਰਿਕ ਕੀਤਾ ਅੱਛਾ ਤੇ ਜਦੋਂ ਮੈਟ੍ਰਿਕ ਕੀਤਾ ਉਦੋਂ ਅੱਲਾ ਨੂੰ ਪਿਆਰੇ ਹੋਏ ਮੇਰੀ ਅੰਮੀ ਜਾਨ ਵੀ ਅੱਲਾ ਨੂੰ ਪਿਆਰੇ ਹੋ ਗਏ ਫਿਰ ਮੈਂ ਉਸ ਵਕਤ ਆਪਣੇ ਉਸਤਾਦ ਨਾਲ ਗਿਆ ਬਸ਼ੀਰ ਲੋਹਾਰ ਸਾਹਿਬ ਨੂੰ ਤੁਹਾਡਾ ਉਸਤਾਦ ਕਿਹੜੇ ਨੇ ਮੁਹੰਮਦ ਬਸ਼ੀਰ ਲੋਹਾਰ ਸਾਹਿਬ ਰੂਹਾਨੀ ਉਸਤਾਦ ਹਾਜੀ ਮੁਹੰਮਦ ਆਲਮ ਲੋਹਾਰ ਜੀ। ਸਾਹਿਬ ਇਹ ਤੇ ਤੁਹਾਨੂੰ ਤੁਸੀਂ ਇਹ ਮਲਕ ਫੈਮਿਲੀ ਨਾਲ ਤਾਲੁਕ ਰੱਖਦੇ ਨੇ ਤੇ ਬਾਅਦ 'ਚ ਤੁਸੀਂ ਇਸ ਫੀਲਡ 'ਚ ਆਏ ਨੇ ਤੇ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਜੀ ਬੜੀਆਂ ਆਈਆਂ ਨੇ ਜੀ ਇੱਕ ਮੁਸ਼ਕਲ ਨਹੀਂ ਆਈ ਵਾਲਦ ਸਾਹਿਬ ਨੂੰ ਤਾਨੇ ਦੇਣੇ ਲੋਕਾਂ ਨੇ ਜੀ ਵਾਲਦਾ ਨੂੰ ਤਾਨੇ ਮਾਰਨੇ ਇਹ ਕਿਹੜਾ ਕੰਮ ਹੈ ਇਹ ਆਪਣੇ ਮੂੰਹ ਤੇ ਨਹੀਂ ਪੈਂਦਾ ਇਹ ਉਸ ਵਕਤਾਂ 'ਚ ਬਹੁਤ ਹੀ ਸਮਝਦੇ ਸਨ ਜੀ ਜੀ ਤੇ ਲੇਕਿਨ ਮੇਰੇ ਵਾਲਦ ਸਾਹਿਬ ਮੇਰੀ ਵਾਲਦਾ ਸਾਹਿਬ ਨੇ ਇਜਾਜ਼ਤ ਦਿੱਤੀ ਉਹਨਾਂ ਦੀ ਦੁਆਵਾਂ ਦੇ ਨਾਲ ਅੱਲਾ ਖੈਰ ਕਰੇ ਅੱਲਾ ਪਾਕ ਨੇ ਇਸ ਮੁਕਾਮ ਤੱਕ ਪਹੁੰਚਾਇਆ ਜੀ ਮੁਸ਼ਕਲਾਂ ਤੇ ਜੀ। ਫਿਰ ਰਸਤੇ ਚ ਆਉਂਦੀਆਂ ਰਹਿੰਦੀਆਂ ਰਹਿੰਦੀਆਂ ਜੀ ਨੇ ਰਿਸ਼ਤੇਦਾਰ ਅਜ਼ੀਜ਼ ਸਾਰੇ ਜੀ। ਕਹਿੰਦੇ ਸਾਡੇ ਇਹ ਕਿਹੜਾ ਕੰਮ ਹੈ ਅਸੀਂ ਜੀ। ਤੁਹਾਡੇ ਨਾਲ ਵਰਤਣਾ ਹੀ ਨਹੀਂ ਜੀ ਉਸ ਵਕਤ ਦੀ ਗੱਲ ਮੈਨੂੰ ਬੜੀ ਯਾਦ ਸੀ ਅੱਛਾ ਮੈਂ ਫਿਰ ਜਦੋਂ ਆਪਣੇ ਕੇਸਟ ਵਗੈਰਾ ਰਿਕਾਰਡ ਕਰਾਏ ਅੱਛਾ ਫਿਰ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਜੇ ਕਿੱਥੇ ਮੇਰਾ ਕੋਈ ਕਲਾਮ ਚੱਲ ਰਿਹਾ ਹੈ ਜੀ ਤੇ ਜੇ ਕਿਸੇ ਰਿਸ਼ਤੇਦਾਰ ਅਜ਼ੀਜ਼ ਨੇ ਸੁਣਿਆ ਉਹਨਾਂ ਕਹਣਾ ਇਹ ਆਪਣਾ ਹੀ ਮੁੰਡਾ ਹੈ ਜੀ ਫਿਰ ਮੈਂ ਇੱਕ ਰਿਕਾਰਡਿੰਗ ਕਰਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਜੀ ਕਿ ਸੁੱਟੇ ਜਾਲ ਸ਼ਿਕਾਰੀਆਂ ਪੱਖੂਆਂ ਜੀ। ਤੇ ਜੀ ਉੱਡ ਮੋਰ ਜਾਵੇ ਬੜਾ ਦੁੱਖ ਲੱਗਦਾ ਹੈ ਗੁੱਡੀ ਚੜੀ ਹੋਈ ਅੱਧ ਸਮਾਨ ਹੋਵੇ ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ ਹੈ ਹੋਵੇ ਹੱਥਾਂ ਦੇ ਨਾਲ ਕਮਾਈ ਕੀਤੀ ਲੈ ਚੋਰ ਜਾਵੇ ਬੜਾ ਦੁੱਖ ਲੱਗਦਾ ਹੈ ਹੋਵੇ ਮਿਹਨਤਾਂ ਨਾਲ ਇੱਕ ਸੱਜਣ ਬਣਾਇਆ ਜੀ। ਲੈ ਕੋਈ ਹੋਰ ਜਾਵੇ ਬੜਾ ਦੁੱਖ लगता जी। है टूट जाता है गरीबी में जो रिश्ता खास होता है जी टूट जाता है गरीबी में जो रिश्ता खास होता है टूट जाता है गरीबी में जो रिश्ता खास होता है जी टूट जाता है गरीबी में जो रिश्ता खास होता है बन जाते हैं प्राय अपने जब कुछ पास कुछ होता है ਪਾ ਸਕਦਾ ये गल्लां ने जी जी। फिर ਇਹ ਦੱਸੋ ਵੀ ਤੁਸੀਂ ਤੁਹਾਡਾ ਜਿਹੜਾ ਗੁਲੂਕਾਰ ਤੁਸੀਂ ਬਣੇ ਤੁਹਾਡਾ ਸਭ ਤੋਂ ਜ਼ਿਆਦਾ ਫੇਮਸ ਕਿਹੜਾ ਹੋਇਆ ਸੀ ਡਾਇਲੌਗ ਜਾਂ ਗਾਣਾ ਉਹ ਸਾਨੂੰ ਸੁਣਾ ਦਿਓ ਇਹ ਸਭ ਤੋਂ ਜ਼ਿਆਦਾ ਫੇਮਸ ਤੇ ਆਈ ਹੋਇਆ ਸੀ ਜਿਹੜਾ ਮੈਂ ਸੁਣਾਇਆ ਸੁੱਤੇ ਜੀ। ਜਾਲ ਸ਼ਿਕਾਰੀਆਂ ਜੀ, ਪੱਖੋਂ ਤੇ ਸੁੱਤੇ। ਇਸ ਤੋਂ ਇਲਾਵਾ ਮੇਰਾ ਪਹਿਲਾ ਗੀਤ ਸੀ ਜੇ ਪਿਆਰ ਗੁਨਾਹ ਲੋਕੋ ਮੈਂ ਕਰ ਬੈਠਾ ਮੈਨੂੰ ਮਾਰ ਦਿਓ ਜੀ ਮੈਂ ਮਰਦਾ ਮਰਦਾ ਆਖਾਂਗਾ ਮੈਨੂੰ ਯਾਰ ਦਾ ਕਰਨ ਦੀਦਾਰ ਦਿਓ ਜੀ तो वैसे तो काफी सॉन्ग जी ने मेरे जी जी हाँ जी काफी ज्यादा हाँ ते कोई किस तरह किसने ने जी। पसंद किया कोई किस तरह जी। पसंद किया वैसे मैं जी ज्यादा जेड़ा हाजी आलम लोहार साहब दी कापी जी। करना जी लोग मैंने ज्यादा पसंद करते हैं सब तो बड़ी खुशी होती जी। है कि जो लोग कहते हैं कि सानू सरवर विचों खुशबू आती है थोड़ी जी। जी वो मेरे लिए बड़ी खुशी होती है जी। मेरा बड़ा बड़ा नाम होता जी ते आजकल की कर रहे हैं सारे अजकल जी थिएटर है थिएटर कर रहे हैं जी वैसे काफी देर हो गया रिकॉर्डिंग नहीं सी की अच्छा जी ਹੁਣ ਮੈਂ ਰਿਕਾਰਡਿੰਗ ਕੀਤੀ ਇੱਕ ਮੈਂ ਨਾਤ ਅੱਛਾ। ਰਿਕਾਰਡ ਕਰਾਈ ਹੈ अच्छा ਇਹ ਜੁਮੇ ਵਾਲੇ ਦਿਨ ਰਿਲੀਜ਼ ਹੋਈ ਹੈ ਮੈਂ ਅਰਜ਼ ਕਰਾਂ ਤੂੰ ਖਿਆਲ ਵੇੜੇ ਸਰਗੀ ਦੇ जी ਰੱਬਾ ਬਖਸ਼ੀ ਅੱਜ ਦੀਦਾਰ ਮੁਹੰਮਦ ਅਰਬੀ ਦੇ जी ਤੇ ਹੋਰ ਵੀ ਮੇਰੇ Song ਆ ਰਹੇ ਨੇ ਇਨਸ਼ਾਅੱਲਾ ਹੁਣ ਰਿਕਾਰਡਿੰਗ ਕਰ ਰਹੇ ਹਾਂ जी ਤੇ ਆਵਾਮ ਪਸੰਦ ਕਰਦੀ ਹੈ ਜੀ, ਜੀ, ਅੱਲਾਹ ਕਾਫੀ ਪਾਕ ਜ਼ਿਆਦਾ ਗੁਲਾਮ ਹੋਰ ਪਸੰਦ। ਹਿੱਟ ਕਰਦੇ ਵੇ जी ਜੀ आजकल ये मसरूफियात है ਹਾਂਜੀ ਤੇ ਜਿਹੜੇ ਅੱਜਕੱਲ ਨਵੇਂ ਨੌਜਵਾਨ ਜਿਹੜੀ ਨਸਲ ਹੈ ਉਹ ਗੁਲੂਕਾਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਮੈਂ ਆਖਰੀ ਗੱਲ ਕਰਾਂਗਾ ਜੀ ਜੀ ਆਖਰੀ ਗੱਲ ਇਹ ਹੈ ਕਿ ਬੇਸ਼ੱਕ ਕਿਸੇ ਨੇ ਗੁਲੂਕਾਰ ਬਣਨਾ ਹੈ ਜੀ ਜਾਂ ਕਿਸੇ ਨੇ ਕੋਈ ਕੰਮ ਵੀ ਕਰਨਾ ਹੈ ਜੀ ਉਹਦੇ ਵਿੱਚ ਦੁਆ ਜਿਹੜੀ ਹੈ ਨਾ ਜੀ ਉਹ ਜ਼ਰੂਰੀ ਹੈ ਜੀ ਸਭ ਤੋਂ ਵੱਡੀ ਦੀ ਗੱਲ ਹੈ ਮਾਂ-ਬਾਪ ਜੀ ਉਸਤਾਦ ਤੇ ਜੀ। ਪੀਰ ਮੁਰਸ਼ਦ ਜੀ ਉਹਦੇ ਵਾਸਤੇ ਮੈਂ ਆਖਰੀ ਮੈਸੇਜ ਦੇਣਾ ਚਾਹਨਾ ਜੀ ਅਗਰ ਕਿਸੇ ਨੇ ਕਾਮਯਾਬੀ ਚਾਹਣੀ ਹੈ ਜੀ ਤੇ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਕਰਮ ਨਾਲ ਉਹ ਕਾਮਯਾਬ ਹੋਏਗਾ ਜੀ ਉਹਦੇ ਵਾਸਤੇ ਮੈਂ ਇੱਕ ਸ਼ੇਰ ਕਹਿ ਰਿਹਾ ਕਿ ਮੁਰਸ਼ਦ ਪੀਰ ਉਸਤਾਦ ਮਾਂ-ਬਾਪ ਸਾਈਂ ਜੀ ਪੰਜੇ ਸੇਵਿਆਂ ਕਦੀ ਨਾ ਹਾਰ ਆਵੇ ਜੀ ਮੁਰਸ਼ਦ ਪੀਰ ਉਸਤਾਦ ਮਾਂ-ਬਾਪ ਸਾਈਂ ਪੰਜੇ ਸੇਵਿਆਂ ਕਦੀ ਨਾ ਹਾਰ ਆਵੇ ਮਾਂ ਪਿਓ ਮੁਰਸ਼ਦ ਦੀ ਖਿਦਮਤ ਕਰਨ ਜਿਹੜੇ
ਦੀਨ ਦੁਨੀਆ ਅੰਦਰ ਬੇੜਾ ਪਾਰ ਹੋਵੇ, ਮਾਂ ਪਿਓ ਮੁਰਸ਼ਿਦ ਜਿਹਦੇ ਤੇ ਹੋ ਜਾਏ ਰਾਜ਼ੀ, ਰਾਜ਼ੀ ਉਸ ਤੇ ਰੱਬ ਗਫਾਰ ਹੋਵੇ, ਤੇ ਘਰ ਬੈਠੇ ਹੀ ਹੱਜ ਕਬੂਲ ਉਸਦਾ ਜਿਹੜਾ ਮਾਂ ਪਿਓ ਮੁਰਸ਼ਿਦ ਦਾ ਖਿਦਮਤਗਾਰ ਹੋਵੇ। ਇਨਸ਼ਾਅੱਲਾ ਕਾਮਯਾਬੀ ਵੀ ਮਿਲੇਗੀ। ਔਰ ਮੈਂ ਜਿੰਨੇ ਵੀ ਮੈਨੂੰ ਚਾਹਣ ਵਾਲੇ ਨੇ, ਮੈਨੂੰ ਪਸੰਦ ਕਰਦੇ ਨੇ, ਮੈਂ ਉਹਨਾਂ ਨੂੰ ਇਹ ਮੈਸੇਜ ਦਿੱਤਾ ਹੈ, ਅਗਰ ਕਾਮਯਾਬੀ ਚਾਹੁੰਦੇ ਹੋ ਤੇ ਆਪਣੇ ਮਾਂ-ਬਾਪ ਮੁਰਸ਼ਿਦ ਦੀ ਖਿਦਮਤ ਕਰੋ, ਦੁਆਵਾਂ ਲਓ, ਇਨਸ਼ਾਅੱਲਾ ਅੱਲਾਹ ਪਾਕ ਤੁਹਾਡੀਆਂ ਹਰ ਮੁਸ਼ਕਲਾਂ ਹੱਲ ਕਰੇਗਾ। ਇੱਕ ਹੋਰ ਜਿਹੜਾ ਬੇਟੀ ਦੇ ਮਾਮਲੇ ਤੁਹਾਡਾ ਇੱਕ ਸ਼ੇਰ ਕਾਫੀ ਜ਼ਿਆਦਾ ਮਸ਼ਹੂਰ ਹੈ ਜੀ। ਜੀ ਬੇਟੀ ਦੀ ਗੱਲ ਇਹ ਵੇ ਕਿ ਮੇਰੀ ਸਭ ਤੋਂ ਅੱਲਾਹ ਪਾਕ ਨੇ ਮੈਨੂੰ ਬੇਟੀ ਤਾ ਫਰਮਾਈ ਜੀ, ਤੇ ਮੈਨੂੰ ਬੇਟੇ ਨਾਲ ਵੱਧ ਖੁਸ਼ੀ ਹੋਈ ਸੀ, ਕਿਉਂਕਿ ਅੱਲਾਹ ਪਾਕ ਨੇ ਫਰਮਾਇਆ ਕਿ ਬੇਟੀ, ਜਦੋਂ ਮੈਂ ਬੰਦੇ ਤੇ ਖੁਸ਼ ਹੁੰਦਾ ਨਾ ਉਦੋਂ ਬੇਟੀ ਪੈਦਾ ਕਰ। ਹਾਂਜੀ, ਬੇਟੀ ਅੱਲਾਹ ਪਾਕ ਨੇ ਮੈਨੂੰ ਦਿੱਤੀ ਤੇ ਮੇਰੀ ਬੜੀ ਖੁਸ਼ੀ ਹੋਈ ਜੀ। ਤੇ ਬੇਟੀਆਂ ਇੱਕ ਬਗਾਨੀਆਂ ਧਨ ਹੁੰਦਾ ਜੀ, ਇਹਨਾਂ ਨੂੰ ਪੁੱਤਰਾਂ ਤੋਂ ਵੱਧ ਰੱਖਣਾ ਚਾਹੀਦਾ ਜੀ, ਤੇ ਕਿਉਂਕਿ ਇਹਨਾਂ ਸਦਾ ਨਹੀਂ ਰਹਿਣਾ ਜੀ। ਹਾਂਜੀ, ਇਸ ਵਾਸਤੇ ਧੀਆਂ ਹੁੰਦੀਆਂ ਨੇ ਦੌਲਤਾਂ ਬਗਾਨੀਆਂ ਜੀ। ਇੱਕ ਹੋਰ ਗੱਲ ਹੈ ਰੋੜ ਬਾਬਲਾ ਜੀ, ਕਿੰਨਾ ਜਮੀਆਂ ਕਿੰਨਾ ਨੇ ਲੈ ਜਾਣੀਆਂ ਜੀ, ਉਹਨਾਂ ਤੋਂ ਰੋੜ ਬਾਬਲਾ ਜੀ। ਇੱਕ ਹੋਰ ਗੱਲ ਹੈ ਜੀ, ਜਿਹੜੀ ਤੁਸੀਂ ਆਦੇ ਉਸਤਾਦ ਤੋਂ ਕੀ ਇੱਕ ਇਹ ਜੀ ਗੱਲ ਸਿੱਖੀ ਹੋਈ ਜਿਹੜੀ ਅਹਿਮ ਹੋਵੇ, ਉਹ ਇੱਕ ਸਾਨੂੰ ਨਾਜ਼ਰੀਨ ਨੂੰ ਸ਼ੇਅਰ ਕਰ ਦਿਓ, ਜਿਹੜੀ ਤੁਹਾਨੂੰ ਅਜੇ ਵੀ ਯਾਦ ਹੋਵੇ, ਜਿਹੜੀ ਤੁਹਾਨੂੰ ਕਿ ਇੱਕ ਜਿਹੜੇ ਤੁਹਾਡੇ ਉਸਤਾਦ ਨੇ ਤੁਹਾਨੂੰ ਇੱਕ ਗੱਲ ਸਿਖਾਈ ਹੋਵੇ। ਉਸਤਾਦ ਉਹਨਾਂ ਨੇ ਇੱਕ ਦਫਾ ਸਾਡਾ ਥੀਏਟਰ ਲੱਗਾ ਸੀ ਗੁਜਰਾਲੇ ਅਮਰਾਬਾਦ ਵਿਸਾਖੀ, ਮੈਂ ਚਿਮਟਾ ਵਜਾ ਰਿਹਾ ਸੀ। ਅੱਛਾ, ਤੇ ਚਿਮਟਾ ਮੈਂ ਨਾ ਇਸ ਤਰ੍ਹਾਂ ਕਰਕੇ ਵਜਾ ਰਿਹਾ ਸੀ। ਅੱਛਾ, ਉਹਨਾਂ ਨੇ ਜੀ ਮੇਰੇ ਪਿੱਛੋਂ ਲਿਆ ਕੇ ਖੁੱਤੀ ਚ ਚੰਡ ਸਿੱਟੀ। ਪੁੱਤਰ ਐਵੇਂ ਨਹੀਂ, ਇਹ ਭਲਵਾਨੀ ਕੰਮ ਹੈ, ਇਹ ਇੰਜ ਕਰਕੇ ਵਜਾਣਾ। ਅੱਛਾ, ਤੇ ਬਾਕੀ ਗੱਲਾਂ ਉਸਤਾਦਾਂ ਦੀਆਂ ਤੇ ਫਿਰ ਹੁੰਦੀਆਂ ਨੇ ਜੀ, ਜੋ ਕਹਿਣ ਉਹਨਾਂ ਤੇ ਅਮਲ, ਤੇ ਮੈਂ ਫਿਰ ਉਹ ਗੱਲ ਪੱਲੇ ਬੰਨ ਲਈ ਸੀ। ਫਿਰ ਮੈਂ ਉਸ ਤੋਂ ਬਾਅਦ ਕੋਸ਼ਿਸ਼। ਹਾਂਜੀ ਨਾਜ਼ਰੀਨ, ਅੱਜ ਆਪਣੇ ਨਾਲ ਬੜੇ ਹੀ ਮਸ਼ਹੂਰ ਮਰੂਫ ਜਿਹੜੀ ਸ਼ਖਸੀਅਤ ਹੈਗੀ ਹੈ, ਗੁਲੂਕਾਰ ਹਰੂਨਾਬਾਦ ਦੀ ਸ਼ਾਨ ਹੈ ਮਲਕ ਮੁਹੰਮਦ ਸਰਵਰ ਗੁਲਸ਼ਨ ਸਾਹਿਬ, ਜਿਨ੍ਹਾਂ ਨੇ ਆਪਾਂ ਨੂੰ ਆਦਾ ਕੀਮਤੀ ਟਾਈਮ ਦਿੱਤਾ। ਆਪਾਂ ਇਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਨੇ। ਵਸਲਾਮ।